ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਅਸਲਾਮ ਵਾਲੇਕਮ। ਮੈਂ ਹਾਂ ਤੁਹਾਡਾ ਦੋਸਤ ਪਰਵੇਜ਼ ਬੱਟ। ਅੱਜ ਸਾਡੇ ਨਾਲ ਨੇ ਰੀਤੂ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਰੀਤੂ ਸਿੰਘ ਜੀ, ਤੁਹਾਡਾ ਸਵਾਗਤ ਹੈ ਜਗ ਪੰਜਾਬੀ ਨਿਊਜ਼। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅੱਛਾ ਜੀ, ਤੁਸੀਂ ਜਿੱਥੇ ਵੀ ਮੋਰਚੇ ਲੱਗੇ ਆ ਹੈ ਨਾ ਜੀ, ਤੁਸੀਂ ਹਰ ਪਾਸੇ ਸਹਿਯੋਗ ਦਿੱਤਾ, ਚਾਹੇ ਉਹ ਸਿੱਖਾਂ ਦਾ ਮੋਰਚਾ ਹੋਵੇ, ਚਾਹੇ ਉਹ ਮੁਸਲਮਾਨਾਂ ਦਾ ਮੋਰਚਾ ਹੋਵੇ, ਸਾਰੇ ਪਾਸੇ ਤੁਸੀਂ ਸਹਿਯੋਗ ਦਿੱਤਾ ਹੈ ਨਾ। ਅੱਜ ਜਿਹੜਾ ਇੱਥੇ ਮੋਰਚਾ ਲੱਗਾ ਹੈ, ਇਸ ਮੋਰਚੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ, ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਹਰ ਮੋਰਚੇ ਤੇ ਆਪਣਾ ਸਹਿਯੋਗ ਦਿੱਤਾ। ਮੋਰਚਾ ਕਿਹੜਾ ਸੀਗਾ ਜਿੱਥੇ ਵੀ ਨਾ ਇਨਸਾਫੀ ਹੋ ਰਹੀ ਹੋਏਗੀ, ਜਿਹਦੇ ਨਾਲ ਵੀ ਧੱਕਾ ਹੋ ਰਿਹਾ ਹੋਏਗਾ ਔਰ ਇਨਜਸਟਿਸ ਹੋ ਰਿਹਾ ਹੋਏਗਾ, ਜਸਟਿਸ ਦੇ ਖਿਲਾਫ ਕੋਈ ਕੰਮ ਹੋਗਾ, ਉੱਥੇ ਤੁਸੀਂ ਮੈਨੂੰ ਪਾਓਗੇ। ਉਹ ਚਾਹੇ ਸਿੱਖਾਂ ਦੇ ਨਾਲ ਹੋਏ, ਚਾਹੇ ਮਿਨੋਰਿਟੀਜ਼, SC ST OBC, ਕੋਈ ਵੀ ਸਮਾਜ ਸ਼ੋਸ਼ਿਤ ਪੀੜਿਤ ਵਰਗ ਹੋਊਗਾ ਤੇ ਡੈਫੀਨਿਟਲੀ ਤੁਸੀਂ ਮੈਨੂੰ ਪਾਓਗੇ। ਮੈਨੂੰ ਲੱਗਦਾ ਕਿ ਤੁਹਾਡੀ ਐਜੂਕੇਸ਼ਨ ਇਜ਼ ਆਫ ਨੋ ਯੂਜ਼ ਜੇ ਤੁਸੀਂ ਆਪਣੇ ਹੱਕਾਂ ਲਈ ਨਹੀਂ ਬੋਲੇ। ਆਪਣੇ ਹੱਕਾਂ ਤੇ ਲਈ ਤੇ ਬੋਲੇ ਜੇ ਤੁਸੀਂ ਸਾਹਮਣੇ ਕਿਸੇ ਨੂੰ ਮਰਦਾ ਦੇਖ ਰਹੇ ਹੋ, ਕਿਸੇ ਨਾਲ ਧੱਕਾ ਹੋ ਰਿਹਾ ਦੇਖ ਰਹੇ ਹੋ, ਲੱਗ ਰਿਹਾ ਕਿ ਇਹਦੇ 'ਚ ਆਵਾਜ਼ ਨਹੀਂ ਹੈਗੀ ਜਾਂ ਇਹ ਨਹੀਂ ਬੋਲ ਪਾ ਰਿਹਾ ਆਪਣੇ ਲਈ, ਇਹਦੀ ਆਵਾਜ਼ ਬਣ ਕੇ ਮੈਨੂੰ ਖੜੇ ਹੋਣਾ, ਦੈਟ ਇਜ਼ ਦ ਰੀਅਲ ਐਜੂਕੇਸ਼ਨ ਫॉर ਮੀ। ਔਰ ਉਹ ਕੰਮ ਮੈਂ ਕਰ ਰਹੀ ਹਾਂ। ਔਰ ਅੱਜ ਮੈਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਕਰਕੇ ਖੜੀ ਹਾਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡਾ ਗੁਨਾਹ ਕੋਈ ਹੋਏਗਾ, ਇਸ ਤੋਂ ਵੱਡਾ ਅਨਕਨਸਟੀਟਿਊਸ਼ਨਲ ਕੰਮ ਕੋਈ ਹੋਏਗਾ ਜੋ ਸਰਕਾਰ ਨੇ ਕੀਤਾ। ਕਿਸਾਨ ਅੰਦੋਲਨ ਸੀਗਾ, ਤੁਸੀਂ ਕਹਿੰਦੇ ਸੀਗੇ ਪਹਿਲੇ ਜਦ ਮੁਸਲਮਾਨ ਬੈਠੇ ਸੀਗੇ ਆਪਣੇ ਭਰਾ ਸ਼ਾਹੀਨ ਬਾਗ ਤੇ, ਜਦੋਂ ਚੱਲਿਆ ਵੱਡਾ ਅੰਦੋਲਨ, ਤਾਂ ਤੁਸੀਂ ਉਦੋਂ ਟੈਰਰਿਸਟ ਕਹਿ ਕੇ ਸਾਰਿਆਂ ਨੂੰ ਉਹ ਕਰਤਾ, ਨਿਲਾਮ ਕਰਤਾ। ਫਿਰ ਤੁਸੀਂ ਇੱਥੇ ਜਦ ਆਪਾਂ ਆਏ ਤੇ ਖਾਲਿਸਤਾਨੀ ਕਹਿਤਾ ਬਾਹਰੋਂ ਫੰਡਿੰਗ ਆ ਰਹੀ, ਇਹ ਆ ਰਿਹਾ ਔਰ ਉਹ ਆ ਰਿਹਾ, ਹਰ ਚੀਜ਼ ਤੇ ਇਹਨਾਂ ਨੇ ਸਾਨੂੰ ਕੀਤਾ। ਹੁਣ ਇਹ ਦੱਸੋ ਮੈਨੂੰ ਕਿ ਇਸ ਬੰਦੀ ਸਿੰਘ ਨੂੰ ਕਿੰਨੇ ਸਾਲ ਹੋ ਗਏ? ਕਿਸੇ ਨੂੰ 25 ਸਾਲ ਹੋ ਗਏ ਸਾਡੇ ਸਿੰਘਾਂ ਨੂੰ ਬੰਦੀ ਹੋਏ। ਜਗਤਾਰ ਸਿੰਘ ਹਵਾਰਾ ਨੂੰ ਆਈ ਥਿੰਕ 27 ਕਿ 28 ਸਾਲ ਲੱਗਣ ਵਾਲੇ ਨੇ। ਹੁਣ ਕੋਈ 32 ਸਾਲ ਤੋਂ, ਕੋਈ 30 ਸਾਲ ਤੋਂ ਹੈ। ਇੰਨੇ ਸਾਲ ਹੋ ਗਏ। ਉਹਨਾਂ ਨੇ ਤਾਂ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਆਪਣੀ ਸਜ਼ਾ ਪੂਰੀ ਕੀਤੀ, ਖਤਮ ਹੋ ਗਿਆ। 14 ਸਾਲ ਦੀ ਉਮਰ ਕੈਦ ਹੈ, ਉਹ ਵੀ ਗਿਆ। ਉਮਰ ਕੈਦ ਦੇ ਬਾਅਦ ਡਬਲ ਉਮਰ ਕੈਦ, ਉਹਦੇ ਬਾਅਦ ਕਿਸੇ ਨੂੰ 30 ਸਾਲ 32 ਸਾਲ ਹੋ ਗਏ। ਫਿਰ ਅਨਕਨਸਟੀਟਿਊਸ਼ਨਲ ਕੰਮ ਕੌਣ ਕਰ ਰਿਹਾ? ਉਹ ਲੋਕ ਜੋ ਲਾਅ ਅਬਾਈਡ ਬਾਏ ਲਾਅ ਐਂਡ ਜਾ ਕੇ ਉੱਥੇ ਬੈਠੇ ਨੇ ਜੇਲ੍ਹ 'ਚ, ਆਪਣੀ ਸਜ਼ਾਵਾਂ ਪੂਰੀ ਕਰ ਚੁੱਕੇ ਨੇ, ਕਰ ਰਹੇ ਨੇ, ਜਾਂ ਫਿਰ ਸਰਕਾਰ? ਅਸਲੀ ਚੀਜ਼ ਨੁਮਾਇੰਦੇ ਅਗਰ ਦੇਖੀਏ ਨਾ, ਕੋਈ ਸੰਵਿਧਾਨ ਦੇ ਵਿਪਰੀਤ ਕੰਮ ਕਰ ਰਿਹਾ, ਅਸੰਵਿਧਾਨਿਕ ਕੰਮ ਕਰ ਰਿਹਾ, ਤਾਂ ਉਹ ਸਰਕਾਰ ਹੈ। ਤੇ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਜੋ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਨਹੀਂ ਕਰਦਾ, ਕਾਨੂੰਨ ਨੂੰ ਨਹੀਂ ਮੰਨਦਾ, ਉਹਦੇ ਲਈ ਸਜ਼ਾਵਾਂ ਹੈਗੀ, ਉਹਦੇ ਲਈ ਜੇਲ੍ਹ ਹੈਗੀ, ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਪਾਓ। ਤੇ ਫਿਰ ਪਾਓ ਸਰਕਾਰਾਂ ਨੂੰ, ਇਹੋ ਜਿਹੀ ਸਰਕਾਰ ਨੂੰ ਖਤਮ ਕਰੋ। ਤੇ ਇਸੇ ਕਰਕੇ ਆਪਣੇ ਇਨਸਾਫ ਦੀ ਲੜਾਈ ਲਈ, ਆਪਣੇ ਜਿੱਦਾਂ ਮੈਂ ਵੀ ਸਿੱਖ ਕੌਮ ਤੋਂ ਹੈਗੀ ਹਾਂ, ਆਪਣੀ ਕੌਮੀ ਲੜਾਈ ਲਈ, ਕਿਉਂਕਿ ਜੋ ਅੰਦਰ ਜੇਲ੍ਹਾਂ 'ਚ ਬੈਠੇ ਨੇ, ਜੇ ਤੁਸੀਂ ਜਗਤਾਰ ਸਿੰਘ ਹਵਾਰਾ ਦੀ ਗੱਲ ਕਰੋ, ਕਿਆ ਉਹਨਾਂ ਦਾ ਕੋਈ ਵਿਅਕਤੀਗਤ ਸਵਾਰਥ ਸੀਗਾ? ਜ਼ਮੀਨ ਦਾ ਝਗੜਾ ਸੀਗਾ? ਦੱਸੋ ਮੈਨੂੰ। ਜਾਂ ਕੁਝ ਐਸਾ ਪੈਸਿਆਂ ਦੀ ਗੱਲ ਸੀ ਜੋ ਉਹਨਾਂ ਨੇ ਉਹ ਕੰਮ ਕੀਤਾ, ਜਾਂ ਜੋ ਉਹਨਾਂ ਦੇ ਆਰੋਪ ਲੱਗੇ? ਨਹੀਂ ਨਾ, ਕੌਮ ਦੇ ਲਈ ਸੀਗਾ ਨਾ, ਕੌਮ ਨੂੰ ਬਚਾਉਣ ਲਈ, ਕੌਮ ਦੇ ਲਈ ਕੰਮ ਕੀਤਾ। ਫਿਰ ਮੈਂ ਕਿਉਂ ਨਾ ਖੜੇ ਹੋਵਾਂ? ਮੇਰਾ ਰਾਈਟ ਬੰਦਾ, ਮੈਂ ਖੜੇ ਹੋਵਾਂਗੀ। ਜਦ ਤੱਕ ਮੋਰਚਾ ਫਤਿਹ ਨਹੀਂ ਹੋਏਗਾ, ਤੁਸੀਂ ਮੈਨੂੰ ਇੱਥੇ ਦੇਖੋ। ਅੱਛਾ ਜੀ, ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਨਾਲ, ਤੁਹਾਡੀ ਐਜੂਕੇਸ਼ਨ ਕੀ ਆ? ਤੁਹਾਡੇ ਨਾਮ ਦੇ ਅੱਗੇ ਡਾਕਟਰ ਤਾਂ ਹਰ ਕੋਈ ਕਹਿੰਦਾ ਨਾ, ਐਜੂਕੇਸ਼ਨ ਦੱਸ ਦਿਓ, ਤੁਹਾਡਾ ਪ੍ਰੋਫੈਸ਼ਨ ਔਰ ਕਿੱਥੋਂ ਬਿਲੋਂਗ ਕਰਦੇ ਤੁਸੀਂ? ਜੀ, ਮੇਰਾ ਜਿਹੜਾ ਨਾਂ ਹੈਗਾ, ਮੈਂ ਡਾਕਟਰ ਰੀਤੂ ਸਿੰਘ। ਮੈਂ ਸਾਈਕੋਲੋਜੀ 'ਚ PhD ਕੀਤੀ ਹੈ ਦਿੱਲੀ ਯੂਨੀਵਰਸਿਟੀ ਤੋਂ। ਹੋਰ ਇੱਥੇ ਵੀ ਮੋਰਚੇ ਤੇ ਕੋਈ ਮੈਨੂੰ ਪੁੱਛਦਾ ਤੁਸੀਂ ਕਿਹੜੇ ਹਿੰਦੂ ਧਰਮ ਤੋਂ, ਤੁਸੀਂ ਰਾਜਪੂਤ ਹੋ, ਤੁਸੀਂ ਕੀ ਹੋ, ਤੇ ਮੈਂ ਸਾਰਿਆਂ ਨੂੰ ਕਹਿ ਕੇ ਥੱਕ ਗਈ ਹਾਂ ਜੀ, ਮੈਂ ਸਭ ਤੋਂ ਪਹਿਲੇ ਇਨਸਾਨ ਆ। ਦੂਜੀ ਚੀਜ਼ ਇਹ ਕਲੈਰੀਫਾਈ ਕਰਦਾ ਕਿ ਮੇਰੇ ਕੋਈ ਵੀਰ ਨਹੀਂ, ਭਰਾ ਨਹੀਂ ਹੈਗਾ ਸਗਾ, ਇੱਦਾਂ ਦੇ ਸਾਰੇ ਮੇਰੇ ਵੀਰ ਨੇ ਇੱਥੇ। ਫਿਰ ਜਦ ਮੈਂ ਪੈਦਾ ਹੋਈ ਤੇ ਲੋਕਾਂ ਨੇ ਬੜਾ ਟਿੱਪਣੀਆਂ ਕਰਨਾ ਸ਼ੁਰੂ ਕਰਤੀ, ਹਾਏ ਹਾਏ ਕੁੜੀ ਹੋ ਗਈ। ਦੂਜੀ ਵੀ ਮੇਰੇ ਪਾਪਾ ਨੂੰ ਬੜਾ ਗੁੱਸਾ ਆਇਆ। ਮੇਰੇ ਪਾਪਾ ਨੇ ਜਾਣ ਕੇ ਮੇਰੇ ਨਾਂ ਦੇ ਅੱਗੇ ਸਿੰਘ ਰੱਖਿਆ, ਨਾ ਮੇਰਾ ਕਿਸੇ ਨਰਸ ਨੇ ਰੱਖਿਆ ਸੀਗਾ ਹਸਪੀਟਲ 'ਚ, ਤੇ ਮੇਰਾ ਉਹਦਾ ਐਕਸੈਪਟ ਕਰ ਲਿਆ। ਉਹਨੇ ਕਿਹਾ ਬਹੁਤ ਅੱਗੇ ਜਾਊਗੀ, ਬਹੁਤ ਵਧੂਗੀ, ਫੁੱਲੇਗੀ, ਇਹਦਾ ਨਾਂ ਤੁਸੀਂ ਇਹ ਰੱਖ ਦਿਓ, ਰਾਰੇ ਤੋਂ ਪਾਣਾ ਸੀਗਾ। ਉਹਨੇ ਕਿਹਾ ਅੱਛਾ। ਮੇਰੀ ਮਾਂ ਨੇ ਮੰਨ ਲਿਆ ਤੇ ਸਿੰਘ ਮੇਰੇ ਪਾਪਾ ਨੇ ਪ੍ਰਾਊਡਲੀ ਲਾਇਆ ਕਿ ਆਹ ਮੇਰਾ ਕੋਰ ਵੀ, ਮੇਰੀ ਪ੍ਰਿੰਸੈਸ ਵੀ, ਕਿਊਨ ਵੀ ਹੈਗੀ ਆ, ਔਰ ਆਹ ਸਿੰਘ ਵੀ ਹੈ। ਇਸ ਕਰਕੇ ਡਾਕੂਮੈਂਟਸ ਦੇ ਵੀ ਡਾਕਟਰ ਰੀਤੂ ਸਿੰਘ ਹੀ ਚੱਲਦਾ, ਡਾਕਟਰ ਤੇ ਹੁਣ ਲੱਗਿਆ ਰੀਤੂ ਸਿੰਘ ਚੱਲਦਾ। ਰੀਤੂ ਸਿੰਘ ਚੱਲਦਾ ਜੀ। ਅੱਛਾ, ਕਿੱਥੋਂ ਬਿਲੋਂਗ ਕਰਦੇ ਤੁਸੀਂ? ਜੀ, ਪਿੱਛੋਂ ਮੈਂ ਤੇ ਵੈਸੇ ਮੇਰੀ ਮਦਰ ਜੰਮੂ ਤੋਂ ਹੈ, ਮੈਂ ਬਹੁਤ ਸਾਲ ਜੰਮੂ ਰਹੀ ਹਾਂ। ਪਿੱਛੋਂ ਅਸੀਂ ਅੰਮ੍ਰਿਤਸਰ ਤੋਂ ਹੈਗੇ, ਤਰਨਤਾਰਨ ਤੋਂ। ਹਾਂਜੀ, ਮੇਰੇ ਰੂਟਸ ਜਿਹੜੇ ਹੈਗੇ ਉਹ ਪੰਜਾਬ ਦਾ ਅੰਮ੍ਰਿਤਸਰ ਤਰਨਤਾਰਨ ਤੋਂ ਹੈਗੇ, ਬਟ ਹੁਣ ਮੈਂ ਦਿੱਲੀ ਰਹਿੰਦੀ ਹਾਂ। ਦਿੱਲੀ ਯੂਨੀਵਰਸਿਟੀ ਪੜ੍ਹ ਪੜ੍ਹਾ ਰਹੀ ਸੀਗੀ ਮੈਂ ਦਿੱਲੀ ਯੂਨੀਵਰਸਿਟੀ ਕਾਲਜ 'ਚ। ਮੇਰੀ ਆਪਣਾ ਇੱਕ ਸੰਘਰਸ਼ ਲੜਾਈ ਚੱਲ ਰਹੀ ਹੈ ਦਿੱਲੀ ਯੂਨੀਵਰਸਿਟੀ। RSS ਦੀ ਪ੍ਰਿੰਸੀਪਲ ਨੇ ਮੈਨੂੰ ਟੰਗਣ ਦੀ ਕੋਸ਼ਿਸ਼ ਕੀਤੀ ਸੀ, ਔਰ ਅੰਜਾਮ ਦੇਖ ਲਓ, ਮੇਰੀ ਸਟੋਰੀ ਪੜ੍ਹ ਲਿਓ ਡਾਕਟਰ ਰੀਤੂ ਸਿੰਘ ਟਾਈਪ ਕਰਕੇ। ਤੇ ਹੁਣ ਉਹ ਕੇਸ ਚੱਲ ਰਿਹਾ ਕਿਉਂਕਿ ਇਹ ਲੋਕ ਜਿਹੜੇ ਹੈ ਨਾ, ਤੁਸੀਂ ਪੜ੍ਹਾ ਰਹੇ ਸੀਗੀ ਉਹਨਾਂ ਦੇ ਪ੍ਰਿੰਸੀਪਲ ਨਾਲ? ਜੀ, ਪ੍ਰਿੰਸੀਪਲ ਸੀਗੀ। ਉਹ ਬਹੁਤ ਸ਼ਰਾਰਤੀ ਜਨਾਨੀ ਸੀਗੀ ਨਹੀਂ, ਹੈਗੀ ਆ, ਰੱਬ ਲੰਬੀਆਂ ਉਮਰਾਂ ਦੇ। ਲੇਕਿਨ ਮੈਂ ਚਾਹੁੰਦੀ ਹਾਂ ਇਹੋ ਜਿਹੀਆਂ ਸ਼ਰਾਰਤ
ਚੀਜ਼ਾਂ ਜੇਲ੍ਹ ਦੇ ਪਿੱਛੇ ਸਲਾਖਾਂ ਦੇ ਪਿੱਛੇ ਹੋਣੀ ਚਾਹੀਦੀ ਆ। ਉਹ ਐਕਟ 'ਚ ਬੁੱਕ ਹੈਗੀ ਆ, ਉਹਨਾਂ ਦੇ ਖਿਲਾਫ ਚਾਰਜਸ਼ੀਟ ਫਾਈਲ ਹੋ ਗਈ ਹੈ। ਉਹਨਾਂ ਨੇ ਮੇਰੇ ਤੇ ਜੋ ਝੂਠੀ ਇੱਕ ਮੇਰੇ ਖਿਲਾਫ ਝੂਠੀ ਸਾਜ਼ਿਸ਼ ਕੀਤੀ ਸੀਗੀ, ਸਾਈਨ ਕਰਕੇ ਆਪ ਕਹਿਤਾ ਸੀ ਕਿ ਸਟੂਡੈਂਟਸ ਖੁਸ਼ ਨਹੀਂ ਹੈਗੇ ਪੜ੍ਹਾਉਣ ਤੋਂ, ਤੇ ਇਹ ਉਹ ਕਰਕੇ ਤੇ ਉਹ ਮੈਂ ਸਾਰਾ ਪ੍ਰੂਫ ਕਰ ਲਿਆ, ਸਾਰੀ ਚੀਜ਼ਾਂ ਮੇਰੇ ਫੇਵਰ 'ਚ ਆ ਗਈਆਂ। ਉਹਨਾਂ ਦੇ ਖਿਲਾਫ ਚਾਰਜਸ਼ੀਟ ਦਰਜ ਹੋ ਗਈ ਹੈ, ਕਨਵਿਕਟ ਹੋ ਗਈਆਂ। ਹੁਣ ਦੇਖੋ ਅੱਗੇ ਕਾਰਵਾਈ ਚੱਲ ਰਹੀ ਹੈ, ਕੇਸ ਇਜ਼ ਸਟਿਲ ਔਨ ਜੀ। ਇਹ ਤੁਹਾਡਾ ਉਹੀ ਕਾਰਨ ਤਾਂ ਨਹੀਂ ਬਣਿਆ ਕਿ ਤੁਸੀਂ ਆ ਮੋਰਚਿਆਂ ਦੇ ਵਿੱਚ ਜਾ ਕੇ ਅੱਗੇ ਹੋ ਕੇ ਬੋਲਦੇ ਆ, ਕੋਈ ਇਹਦਾ ਕਰਕੇ ਤਾਂ ਨਹੀਂ ਤੁਹਾਡੇ ਤੇ ਜਿਹੜਾ ਇਹ ਕੀਤਾ ਜਾ ਰਿਹਾ? ਦੇਖੋ ਇਨਡਾਇਰੈਕਟਲੀ ਇਹ ਕਾਰਨ ਨਹੀਂ ਹੈਗਾ, ਗੱਲ ਇਹ ਸੀਗੀ ਕਿ ਬਹੁਤ ਸਾਡੇ ਨਾ ਸਮਾਜ 'ਚ ਨਾ ਬਹੁਤ ਦਲਾਲ ਪੈਦਾ ਹੋ ਰਹੇ ਨੇ, ਤੇ ਉਹ ਵੀ ਨਾ ਜਿੱਦਾਂ ਕਹਿ ਲਓ ਨਾ ਆਰਐਸਐਸ ਦੀ ਦਲਾਲ ਸੀਗੀ, ਉਹਨੂੰ ਵੀ ਨਾ ਜਾ ਕੇ ਆਪਣੀ ਮੈਨੂੰ ਲੱਗਦਾ ਜੇ ਆਰਐਸਐਸ ਦਾ ਕੋਈ ਵੱਡਾ ਨੇਤਾ ਵੀ ਸੁਣ ਰਿਹਾ ਹੋਏ ਨਾ, ਉਹ ਵੀ ਉਹਨੂੰ ਜੁੱਤੀਆਂ ਹੀ ਲਾਊਗਾ। ਕੋਈ ਜਿਹਦੇ ਅੰਦਰ ਰੀੜ ਦੀ ਹੱਡੀ ਹੋਊਗੀ ਨਾ, ਇੰਨਾ ਗੰਦਾ ਕੰਮ ਕਰ ਲਈ, ਉਹਨੂੰ ਜੁੱਤੀਆਂ ਹੀ ਪੈਣਗੀਆਂ। ਉਹਨੇ ਇਸ ਕਰਕੇ ਮੈਨੂੰ ਟਾਰਗੇਟ ਕੀਤਾ ਕਿਉਂਕਿ ਉਹਨੂੰ ਪਤਾ ਸੀਗਾ ਕੁੜੀ ਇਨਸਾਫ ਦੀ ਗੱਲ ਕਰਦੀ ਆ, ਬਰਾਬਰੀ ਦੀ ਗੱਲ ਕਰਦੀ ਆ, ਵੌਇਸ ਬਹੁਤ ਸਟਰੋਂਗ ਹੈਗੀ ਆ ਔਰ ਯੂਥ ਨੂੰ ਜਾਗਰੂਕ ਕਰ ਰਹੀ ਹੈ। ਕਿਤੇ ਇਦਾਂ ਨਾ ਹੋਈ ਇਹ ਜਾਗਰੂਕ ਹੋ ਜਾਏ ਯੂਥ, ਹੈ ਨਾ। ਤੇ ਮੈਂ ਇਹਦੇ ਨਾਲ ਪੰਗਾ ਲੈ ਕੇ ਸਰਕਾਰ ਦੀ ਨਜ਼ਰ ਦੇ ਵਿੱਚ, ਆਰਐਸਐਸ ਦੀ ਨਜ਼ਰ ਦੇ ਵਿੱਚ ਆਪਣੀ ਕੁਰਸੀ ਪੱਕੀ ਕਰ ਲਾਂ ਤੇ ਮੇਰਾ ਸਾਰੇ ਸਾਥ ਦੇਣਗੇ। ਤੇ ਮੈਂ ਇਹਦੇ ਖਿਲਾਫ ਝੂਠੇ 35 ਬੱਚਿਆਂ ਦੇ ਸਿਗਨੇਚਰ ਉਹਨੇ ਕੀਤੇ ਦਿਖਾਉਣ ਲਈ ਕਿ ਇਹ ਦੇਖੋ ਜੀ ਬੱਚਿਆਂ ਦੇ ਸਿਗਨੇਚਰ ਹੈ, ਇਹ ਕਲਾਸ 'ਚ ਨਾ ਇੱਧਰ ਉੱਧਰ ਦੀ ਗੱਲਾਂ ਕਰਦੀ ਹੈ, ਸਬਜੈਕਟ ਤੇ ਨਹੀਂ ਪੜਾਉਂਦੀ ਆ। ਉਹਨੇ ਮੇਰੇ ਖਿਲਾਫ ਉਹ ਸਾਜ਼ਿਸ਼ ਰਚਤੀ। ਫਿਰ ਮੈਂ ਵੀ ਮਾਂ, ਫਿਰ ਅਸੀਂ ਪੜ੍ਹੇ ਲਿਖਿਆ, ਮੈਂ ਤਾਂ ਇਹੀ ਕਹਿੰਦੀ ਹਾਂ ਮਾਂ ਮਤਲਬ ਬੱਚੇ ਦੀ ਨਹੀਂ, ਮੈਂ ਅਨਮੈਰਿਡ ਹਾਂ, ਮਤਲਬ ਉਹਦੀ ਮਾਂ ਮੈਂ। ਫਿਰ ਮੈਨੂੰ ਇਹ ਲੱਗਿਆ ਕਿ ਜੇ ਪੜ੍ਹਾਈ ਲਿਖਾਈ ਦਾ ਕੋਈ ਮਤਲਬ ਹੀ ਨਹੀਂ, ਜੇ ਮੈਂ ਇਹ ਤੋਂ ਡਰ ਜਾ। ਉਹਨੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਤੇ ਫਿਰ ਮੈਨੂੰ ਡਿਗਰੀ ਫਾੜ ਕੇ ਸੁੱਟ ਦੇਣੀ ਚਾਹੀਦੀ ਆ ਜੇ ਮੈਂ ਤੇਰੇ ਜਿਹੀ ਨੂੰ ਸੁਧਾਰ ਨਹੀਂ ਸਕੀ ਜੀ। ਮੈਂ ਪੈਰਲਰ ਕੇਸ ਪਾਇਆ, ਮੇਰੇ ਐਡਵੋਕੇਟ ਹੈਗੇ, ਐਡਵੋਕੇਟ ਮਹਿਮੂਦ ਪ੍ਰਾਚਾ ਜੋ ਜਗਤਾਰ ਸਿੰਘ ਵਾਰਾ ਜੀ ਦੇ ਵੀ ਐਡਵੋਕੇਟ ਨੇ, ਉਹਨਾਂ ਨੂੰ ਮੈਂ ਮਿਲੀ। ਉਹ ਟਰੂ ਅੰਬੇਡਕਰਾਈਟ ਨੇ, ਸੰਵਿਧਾਨ ਨੂੰ ਮੰਨਦੇ ਨੇ, ਬਿਲਕੁਲ ਉੱਤੇ ਚੱਲਦੇ। ਜਦੋਂ ਉਹਨਾਂ ਨੇ ਮੇਰਾ ਕੇਸ ਦੇਖਿਆ, ਉਹਨਾਂ ਨੇ ਕਿਹਾ ਇਹ ਤੇ ਕੇਸ ਹੀ ਇੰਨਾ ਸਟਰੋਂਗ ਆ, ਇਹ ਤਾਂ ਫਰਾਡ ਕੀਤਾ, ਇਹਨੂੰ ਤਾਂ ਪ੍ਰੂਫ ਕਰਨਾ ਚਾਹੀਦਾ। ਫਿਰ ਉਹਨੇ ਬੜੀ ਕੋਸ਼ਿਸ਼ ਕੀਤੀ ਜੀ ਸਰਕਾਰ ਤੋਂ ਵੱਡੇ ਮੈਨੂੰ ਫੋਨ ਕਰਾਉਣ ਦੀ। ਕੋਈ ਆਰਐਸਐਸ ਦਾ ਵੱਡਾ ਬੰਦਾ ਨਹੀਂ ਹੈਗਾ ਜਿੱਥੋਂ ਮੈਨੂੰ ਕਾਲ ਨਹੀਂ ਕਰਾਇਆ। ਮੈਨੂੰ ਬ੍ਰਾਈਬ ਦਿਵਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਦੂਜੀ ਥਾਂ ਤੇ ਨੌਕਰੀ ਦਿਲਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਪੈਸੇ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ। ਬਟ ਮੈਨੂੰ ਜੀ ਕੇਸ ਵਾਪਸ ਲੈ ਲਓ ਜਾਂ ਨੌਕਰੀ ਲੈ ਲਓ, ਤੁਹਾਨੂੰ ਵੱਡੀ ਨੌਕਰੀ ਦੇ ਦਾਂਗੇ, ਸ਼ਾਂਤ ਹੋ ਜਾਓ, ਕੇਸ ਵਾਪਸ ਲੈ ਲਓ, ਹੋ ਗਈ ਗਲਤੀ ਅੰਦਰ। ਮੈਂ ਕਿਹਾ ਮੈਨੂੰ ਹੁਣ ਜੌਬ ਨਹੀਂ ਚਾਹੀਦੀ, ਮੈਨੂੰ ਹੁਣ ਜਸਟਿਸ ਚਾਹੀਦਾ। ਤੂੰ ਕੀਤਾ ਕਿੱਦਾਂ? ਆਈ want to set a message for the generations। ਜੇ ਅਸੀਂ ਝੁਕਦੇ ਨਹੀਂ ਆ ਨਾ, ਫਿਰ ਤੁਸੀਂ ਲੜ ਸਕਦੇ ਹੋ, ਡਰ ਤੁਹਾਡੇ ਤੋਂ ਡਰਦਾ। ਮੈਂ ਨਹੀਂ ਡਰੀ। ਮੈਂ ਕਿਹਾ ਜਿੱਥੇ 3 ਰੋਟੀ ਦੀ ਭੁੱਖ ਹੈ ਆਪਾਂ 1 ਖਾ ਲਾਂਗੇ, ਲੇਕਿਨ ਆਪਣੇ ਸੈਲਫ ਰਿਸਪੈਕਟ ਨਾਲ, ਆਤਮ ਸਨਮਾਨ ਨਾਲ ਸਮਝੌਤਾ ਨਹੀਂ ਹੋਗਾ। ਨਾ ਮੇਰੇ ਸਮਾਜ ਦੇ ਸਿਰ ਝੁਕਣ ਦੂੰਗੀ ਮੈਂ। ਬਹੁਤ ਵੱਡੀ ਗੱਲ ਆਈ ਹੈ ਮੇਰੇ ਤੇ, ਮੈਂ ਉਹੀ ਕੀਤਾ। ਉਹਨੇ ਡਿਫਰੈਂਟ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ। ਉਹਨੇ ਸੋਚਿਆ ਕਿ ਮੈਂ ਇਹਨੂੰ ਕੁਝ ਕਿਸੇ ਐਂਗਲ 'ਚ ਫਸਾ ਦੂੰਗੀ ਜਾਂ ਕੁਝ ਕਰ ਦੂੰਗੀ, ਲੇਕਿਨ ਜਦ ਤੁਸੀਂ ਖੜੇ ਹੋਗੇ ਨਾ ਸਰ ਚੁੱਕ ਕੇ, ਡਰਦੇ ਅੱਗੇ, ਫਿਰ ਨਹੀਂ ਡਰਦੇ। ਔਰ ਮੈਂ ਇਹ ਵੀ ਯੂਥ ਨੂੰ ਕਹਿਣਾ ਚਾਹਾਂਗੀ, ਜਿਹੜੇ ਲੋਕੀ ਸੋਚਦੇ ਨੇ ਜਿੱਦਾਂ ਮੇਰੇ ਨਾਲ ਹੋ ਗਿਆ ਧੱਕਾ, ਜੇ ਮੈਂ ਡਰ ਜਾਂਦੀ, ਉਹਨਾਂ ਦੇ ਛੋਟੇ ਜਿਹੇ ਲਾਲਚ 'ਚ ਵਿਕ ਜਾਂਦੀ ਕਿ ਹਾਂਜੀ ਮੈਂ ਨੌਕਰੀ ਲੈ ਲੈਣੀ, ਉਹ ਮੇਰਾ ਵਿਅਕਤੀਗਤ ਸਵਾਰਥ ਸੀਗਾ। ਜੇ ਮੈਂ ਇਹ ਕਰਦੀ, ਮੈਂ ਨਹੀਂ ਕੀਤਾ। ਹੁਣ ਅੱਜ ਦੇਖ ਲਓ, ਰੋਈ ਫਿਰ ਰਹੀ ਹੈ, ਮਗਰ ਨੱਠ ਰਹੀ ਹੈ ਕਿ ਬਚਾ ਲਓ। ਹੁਣ ਚਾਰਜਸ਼ੀਟ ਜਮ੍ਹਾਂ ਹੋ ਗਈ, ਇਸ ਤੋਂ ਉੱਪਰ ਕੀ? ਹੁਣ ਬਸ ਇੰਨੀ ਦੇਰ ਆ ਕਿ ਕੋਰਟ ਦਾ ਇੱਕ ਇੰਡੀਅਨ ਸਾਡਾ ਇਹ ਜਿਸ ਕਹਿ ਲਓ ਨਾ, ਅਫਸੋਸ ਵਾਲੀ ਗੱਲ ਹੈ ਕਿ ਤਾਰੀਖ ਪੇ ਤਾਰੀਖ ਇਹੀ ਹੁੰਦਾ। ਸਾਡੇ ਇੰਡੀਅਨ ਲਾਅ ਜਿਹੜਾ ਆਪਣੀ ਸਰਕਾਰ ਚੱਲਦੀ ਆ, ਆਪਣਾ ਇਹ ਜੁਡੀਸ਼ਰੀ ਨੂੰ ਬਹੁਤ ਇੰਪਰੂਵਮੈਂਟ ਕਰਨ ਦੀ ਲੋੜ ਆ। ਇਹ ਜਿਹੜੇ ਜੱਜ ਹੈਗੇ, ਜੱਜ ਦਾ ਬੱਚਾ ਵਕੀਲ ਪੁੱਤਰ, ਇਹ ਜਿਹੜਾ ਕਾਲੇਜੀਅਮ ਸਿਸਟਮ ਚੱਲ ਰਿਹਾ ਨਾ, ਪਰਿਵਾਰਵਾਦ ਚੱਲ ਰਿਹਾ, ਇਹ ਬਦਲਣਾ ਪੈਣਾ। ਕਿਉਂਕਿ ਫਿਰ ਜਸਟਿਸ ਬਹੁਤ ਔਖਾ ਹੋ ਜਾਂਦਾ ਸਾਡੇ ਲਈ। ਮੁਸਲਮਾਨਾਂ ਨਾਲ ਧੱਕਾ ਕਿਉਂ ਹੁੰਦਾ? ਇਸੇ ਕਰਕੇ ਹੁੰਦਾ। ਜਿਹੜੇ ਸ਼ੋਸ਼ਿਤ ਵਰਗ ਹੈਗਾ, SC ST OBC ਸਮਾਜ, ਉਹਨਾਂ ਨਾਲ ਧੱਕਾ ਕਿਉਂ ਹੁੰਦਾ? ਕਿਉਂਕਿ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਆ। ਇਸੇ ਕਰਕੇ ਮੈਨੂੰ ਲੱਗਿਆ ਕਿ ਮੈਂ ਇੱਕ ਦਬੇ ਕੁਚਲੇ ਤਬਕੇ ਤੋਂ ਆਉਂਦੀ ਹਾਂ। ਜੇ ਮੈਂ ਆਪਣੀ ਆਵਾਜ਼ ਬੰਦ ਕਰ ਲਈ ਔਰ ਆਪਣੇ ਹੱਕਾਂ ਲਈ ਨਹੀਂ ਬੋਲਿਆ, ਤੇ ਫਿਰ ਤਾਂ ਮੇਰਾ ਸਮਾਜ ਮਰਾ ਜਾਊਗਾ। ਤੇ ਮੈਂ ਉਹ ਮਿਸਾਲ ਬਣੀ, ਮੈਂ ਫਾਈਟ ਕੀਤੀ ਔਰ ਅੱਜ ਮੇਰੇ ਕੇਸ ਦੀ ਇਹ ਦਿਸ਼ਾ ਹੈਗੀ ਆ। ਸਿਰ ਉਠਾ ਕੇ ਚੱਲ ਰਹੀ ਆ, ਨਾ ਕਿਸੇ ਤੋਂ ਡਰਦੀ ਆ, ਔਰ ਜਿਹੜਾ ਕੋਈ ਨਾਲ ਖੜਾ ਹੁੰਦਾ ਉਹਦਾ ਸਾਥ ਵੀ ਦਿੰਦੀ ਆ। ਯੁਵਾ ਨੂੰ ਵੀ ਇਹ ਕਹਿੰਦੀ ਆ, ਸਾਰਿਆਂ ਨੂੰ ਮੈਸੇਜ ਦਿੰਦੀ ਆ। ਸਾਡੀ ਆਪਣੀ ਵਕੀਲਾਂ ਦੀ ਟੀਮ ਵੀ ਹੈਗੀ ਆ, ਸਾਡੇ ਕੋਲ ਸੁਪਰੀਮ ਕੋਰਟ, ਹਾਈ ਕੋਰਟ ਦੇ ਬਹੁਤ ਵੱਡੇ ਅੱਛੇ ਸਮਝ ਰੱਖਣ ਵਾਲੇ ਕਾਨੂੰਨ ਦੀ ਵਕੀਲ ਹੈਗੇ। ਜੇ ਕਿਸੇ ਨੂੰ ਕੋਈ ਦਿੱਕਤ ਆਈ, ਤੁਹਾਨੂੰ ਲੱਗ ਰਿਹਾ ਤੁਹਾਡੇ ਨਾਲ ਸਰਕਾਰ ਧੱਕਾ ਕਰ ਰਹੀ, ਕੋਈ ਇਦਾਂ ਦੀ ਹਰਕਤ ਕਰ ਰਹੀ ਹੈ, 1 ਮਿੰਟ 'ਚ ਮੈਨੂੰ ਅਪਰੋਚ ਕਰੋ। ਮੈਂ ਹਰ ਉੱਥੇ ਜਗ੍ਹਾ ਆ ਕੇ ਖੜਾਂਗੀ ਜਿਹਦੇ ਕਿਸੇ ਨਾਲ ਧੱਕਾ ਹੋ ਰਿਹਾ ਹੋਗਾ, ਨਾ ਇਨਸਾਫੀ ਹੋ ਰਹੀ ਹੋਏਗੀ ਜਾਂ
ਖਾਕੀ ਵਰਦੀ ਵਿੱਚ ਖਾਕੀ ਗੁੰਡੇ ਬਣ ਕੇ ਤੁਹਾਡੇ ਨਾਲ ਧੱਕਾ ਕਰਨਗੇ, ਮੇਰੀ ਆਵਾਜ਼ ਉੱਥੇ ਮਿਲੂਗੀ ਤੁਹਾਨੂੰ। ਤੇ ਡਾਕਟਰ ਰੀਤੂ ਸਿੰਘ ਨੂੰ ਸੰਪਰਕ ਕਿੱਦਾਂ ਕਰ ਸਕਦੇ ਆ ਜਿਹੜੇ ਤੁਹਾਨੂੰ ਸੁਣਦੇ ਹੋਣ? ਜੀ ਮੇਰਾ ਟਵਿੱਟਰ ਹੈਂਡਲ ਹੈਗਾ ਡਾਕਟਰ ਰਿਤੂ ਸਿੰਘ, ਮੇਰਾ ਫੇਸਬੁੱਕ ਪੇਜ ਹੈਗਾ ਡਾਕਟਰ ਰਿਤੂ ਸਿੰਘ ਦੀ ਐਕਟਿਵਿਸਟ, ਮੇਰਾ ਇੰਸਟਾਗ੍ਰam ਅਕਾਊਂਟ ਹੈਗਾ ਡਾਕਟਰ ਰਿਤੂ ਸਿੰਘ ਦੇ ਨਾਂ ਤੇ। ਤੁਸੀਂ ਕਿਤੇ ਵੀ ਜਾ ਕੇ ਮੈਨੂੰ ਅਪਰੋਚ DM ਕਰ ਸਕਦੇ ਹੋ। ਮੇਰੀ ਆਪਣੀ ਟੀਮ ਹੈਗੀ ਔਰ ਮੈਸੇਜ ਦੇਖੂਗੀ, ਇਮੀਡੀਏਟਲੀ ਤੁਹਾਨੂੰ ਕਾਲ ਕਰੂਗੀ। ਔਰ ਮੈਂ ਇਦਾਂ ਬਹੁਤ ਲੋਕਾਂ ਦੀ ਮਦਦ ਕੀਤੀ ਹੈ। ਬਹੁਤ ਐਸੇ ਕੇਸਿਸ ਹਨ ਜਿਹੜੇ ਸਾਡੇ ਕੋਲ ਦਿੱਲੀ 'ਚ ਹੈਗੇ ਨੇ, ਜਿਹੜੇ ਅਸੀਂ ਲੜ ਰਹੇ ਨੇ। ਛੋਟੀ ਛੋਟੀ ਬੱਚਿਆਂ ਨਾਲ ਰੇਪ ਹੋਇਆ, ਇੱਕ ਛੋਟੀ ਬੱਚੀ ਹੈ ਉਹਦਾ ਰੇਪ ਹੋਇਆ, ਜਿੰਦਾ ਮਾਲਿਕ ਦਾ ਮਹਾਰਾਜ ਦਾ ਬਹੁਤ ਸ਼ੁਕਰ ਹੈ ਕਿ ਬੱਚੀ ਜਿੰਦਾ। ਉਹ ਮੁੰਡਾ ਰੇਪ ਕਰਕੇ ਕੁੜੀ ਦਾ ਹੱਲੀ ਵੀ ਜਿੰਦੀ ਕੁੜੀ, ਤੇ ਮੁੰਡਾ ਰੇਪ ਕਰਕੇ ਜੇਲ੍ਹ 'ਚ ਗਿਆ, 6 ਮਹੀਨੇ ਜੇਲ੍ਹ ਕੱਟ ਕੇ ਆਇਆ, ਫਿਰ ਬਾਹਰ ਆਇਆ, ਫਿਰ ਕੁੜੀ ਨੂੰ ਚੱਕਿਆ, ਫਿਰ ਉਹਦੇ ਨਾਲ ਬਲਾਤਕਾਰ ਕੀਤਾ। ਸੋਚੋ ਇਹੋ ਜਿਹੇ ਕੇਸਿਸ ਸਾਡੇ ਕੋਲ ਨੇ। ਛੋਟੀ ਜਿਹੀ ਬੱਚੀ ਆ, 14 ਕੀ ਸਾਲ ਦੀ ਬੱਚੀ ਹੈ, ਮੈਂ ਨਾਂ ਨਹੀਂ ਲੂੰਗੀ, ਤੇ ਉਹ ਬੱਚੀ ਦਾ ਕੇਸ ਅਸੀਂ ਲੜ ਰਹੇ ਹਾਂ ਬਹੁਤ ਮਜ਼ਬੂਤ ਜੀ ਦਿੱਲੀ 'ਚ ਉਹ ਬਹੁਤ ਮਜ਼ਬੂਤੀ ਨਾਲ ਕੋਈ ਦੇਖਣਾ ਚਾਹੇ ਸਟੋਰੀ ਤੇ ਦੇਖ ਸਕਦਾ। ਸੰਗਮ ਵਿਹਾਰ ਦੀ ਬੱਚੀ ਆ, ਮੈਂ ਐਡਵੋਕੇਟ ਮਹਿਮੂਦ ਪ੍ਰਾਚਾ ਕੇਸ ਲੜ ਰਹੇ ਨੇ। ਤੇ ਸਰਕਾਰ ਜਿਹੜੀ ਹੈ ਨਾ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਬਾਹਮਣਵਾਦ ਫੈਲਾਇਆ ਹੋਇਆ ਆ ਜੀ, ਮੇਰਾ ਪਰਿਵਾਰਵਾਦ ਜਿਹੜਾ ਚੱਲਣਾ ਚਾਹੀਦਾ, ਉਹ ਇੱਕ ਦੂਜੇ ਨਾਲ ਮਿਲ ਕੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ। ਬਟ ਅਸੀਂ ਕਿਸੇ ਤੋਂ ਨਹੀਂ ਡਰਦੇ, ਅਸੀਂ ਹੱਕ ਦੀ ਲੜਾਈ ਕਰਦੇ ਹਾਂ, ਜਸਟਿਸ ਦੀ, ਔਰ ਜਸਟਿਸ ਮਿਲ ਕੇ ਛੱਡਾਂਗੇ। ਅੱਛਾ ਜੀ, ਤੁਹਾਡਾ ਜਿਹੜਾ ਇੱਕ ਬੋਲਣ ਦਾ ਨਜ਼ਰੀਆ ਨਾ, ਤੁਹਾਡਾ ਅੱਗੇ ਆ ਕੇ ਕੰਮ ਕਰਨ ਦਾ ਨਜ਼ਰੀਆ, ਉਹਦੇ ਨਾਲ ਇੱਕ ਯੂਥ ਨੂੰ ਨਾ ਜੋਸ਼ ਮਿਲਦਾ ਹੈ ਨਾ, ਖਾਸ ਕਰ ਜਿਹੜਾ ਲੜਕੀਆਂ ਨੂੰ। ਤੇ ਇਹ ਡਾਕਟਰ ਰੀਤੂ ਸਿੰਘ ਸ਼ੁਰੂ ਤੋਂ ਬਚਪਨ ਤੋਂ ਹੀ ਇਦਾਂ ਸੀ ਜਾਂ ਜਦੋਂ ਐਜੂਕੇਸ਼ਨ ਲਈ ਤਾਂ ਉਸ ਤੋਂ ਬਾਅਦ ਇਦਾਂ ਦੇ ਹੋਇਆ? ਇਹ ਬਹੁਤ ਵੱਡਾ ਸਵਾਲ ਆ। ਸ਼ੁਰੂ ਤੋਂ ਵੀ ਸੀਗੀ, ਕਿਉਂਕਿ ਮੇਰੇ ਪਾਪਾ ਬਹੁਤ ਕ੍ਰਾਂਤੀਕਾਰੀ ਸੋਚ ਵਾਲੇ ਸੀਗੇ। ਮੈਂ ਤੁਹਾਨੂੰ ਆਪਣੇ ਨਾਂ ਤੋਂ ਹੀ ਦੱਸਤਾ। ਕਿਸੇ ਨੇ ਕਿਹਾ ਕਿ ਹਾਏ ਕੁੜੀ ਹੋ ਗਈ, ਉਹਨਾਂ ਨੂੰ ਬੜਾ ਗੁੱਸਾ ਆਇਆ। ਹੁਣ ਮੈਨੂੰ ਸਫਾਈਆਂ ਦੇਣੀਆਂ ਪੈਂਦੀਆਂ ਲੋਕਾਂ ਨੂੰ ਕਿ ਇਹ ਕਿਉਂ ਹੋਇਆ, ਮੈਂ ਦਿੰਦੀ ਹਾਂ, ਲੇਕਿਨ ਉਹਨਾਂ ਨੂੰ ਗੁੱਸਾ ਆਇਆ ਕਿ ਮੈਂ ਕਿਸੇ ਨੂੰ ਬੋਲਣ। ਔਰ ਇਦਾਂ ਨਹੀਂ ਕਿ ਕਿਸੇ ਬਾਹਰ ਦੇ ਬੰਦੇ ਨੇ ਕਿਹਾ, ਪਰਿਵਾਰ ਦੇ ਹੀ ਬੰਦੇ ਨੇ ਕਿਹਾ ਕਿ ਹਾਏ ਦੂਜੀ ਵੀ ਕੁੜੀ ਹੋ ਗਈ। ਤੇ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਲਈ ਕਿ ਕਿਉਂ ਮੇਰੀ ਕੁੜੀ ਨੂੰ ਇਦਾਂ ਕਿਉਂ ਕਿਹਾ। ਮੇਰੇ ਲਈ ਵੀ ਬਹੁਤ ਵੱਡੀ ਗੱਲ ਹੈ ਸੋਚਣ ਲਈ। ਉਹਨਾਂ ਦੇ ਥਾਟਸ ਬਹੁਤ ਰੈਵੋਲੂਸ਼ਨਰੀ ਸੀਗੇ। ਤੇ ਮੈਂ ਜਦੋਂ ਉਹਨਾਂ ਨੂੰ ਦੇਖਦੀ ਸੀਗੀ, ਉਹ ਕੌਮ ਦੇ ਪ੍ਰਤੀ ਪਿਆਰ, ਫਿਰ ਉਹ ਜਥੇਦਾਰ ਸਾਹਿਬ ਦੀ ਗੱਲਾਂ ਕਰਦੇ ਸੀ। ਸੋਚੋ ਅਫਸੋਸ ਮੈਨੂੰ ਇੰਨਾ ਲੱਗਦਾ ਕਿ ਕਾਸ਼ ਅਸੀਂ ਹੁਣ ਮੇਰੇ ਫਾਦਰ ਹੈਗੇ ਨਹੀਂ, ਕੋਰੋਨਾ ਵਿੱਚ ਪਾਸ ਹੋ ਗਏ। ਤੇ ਮੈਨੂੰ ਉਹ ਚੀਜ਼ਾਂ ਯਾਦ ਆਉਂਦੀਆਂ ਨੇ ਜਦੋਂ ਗੱਲ ਕਰਦੇ ਸੀਗੇ। ਮੇਰੇ ਲਈ ਨਾ ਮੇਰੀ ਰਿਸਪੌਂਸਿਬਿਲਟੀ ਵੀ ਹੈ, ਮੇਰਾ ਸੁਪਨਾ ਵੀ ਹੈਗਾ, ਕਿਉਂਕਿ ਉਹ ਚਾਹੁੰਦੇ ਸੀਗੇ ਕਿ ਜਥੇਦਾਰ ਸਾਹਿਬ ਬਾਹਰ ਆਉਣ, ਜਗਤਾਰ ਸਿੰਘ ਹਵਾਰਾ ਜੀ, ਕਿ ਉਹਨਾਂ ਦਾ ਕੋਈ ਗਲਤੀ ਨਹੀਂ, ਉਹ ਨਿਰਦੋਸ਼ ਹੈ, ਉਹਨਾਂ ਨੇ ਜੋ ਕੀਤਾ ਕੌਮ ਲਈ ਕੀਤਾ। ਫਿਰ ਗੱਲ ਕਰਦੇ ਸੀਗੇ, ਸਾਨੂੰ ਸਮਝ ਨਹੀਂ ਸੀ ਕਿ ਅਸੀਂ ਆਏ ਗਏ ਕਰਦੇ ਨਹੀਂ। ਪਰ ਜਦ ਮੇਰੇ ਤੇ ਕੇਸ ਹੋਇਆ, ਮੈਂ ਐਡਵੋਕੇਟ ਪ੍ਰਾਚਾ ਸਾਹਿਬ ਨਾਲ ਗੱਲ ਕੀਤੀ ਇਦਾਂ ਦਾ, ਤੇ ਸਰ ਮੈਨੂੰ ਕਹਿੰਦੇ ਕਿ ਤੁਸੀਂ ਕੀ ਕਰਦੇ ਹੋ, ਐਡੀ ਤੁਹਾਡੀ ਕੌਮ ਦਾ ਸੂਰਮਾ, ਇਹ ਕੇਸ ਮੇਰੇ ਕੋਲ ਆ। ਅੱਜ ਦੇ ਮੌਜੂਦਾ ਹਾਲਾਤ ਜਿਹੜੇ ਹੈਗੇ ਨਾ, ਜੁਡੀਸ਼ਰੀ ਵਿਕ ਚੁੱਕੀ ਆ, ਮੀਡੀਆ ਵਿਕ ਚੁੱਕਾ, ਜੁਡੀਸ਼ਰੀ ਤੇ ਦਬਾਅ ਵੀ ਹੈਗਾ ਸਰਕਾਰ ਦਾ। ਤੇ ਤੁਸੀਂ ਕਿਉਂ ਨਾ ਬਾਹਰ ਨਿਕਲ ਕੇ 80% ਲੜਾਈ ਜਿਹੜੀ ਹੈ ਸੜਕਾਂ ਤੋਂ ਆ, 20% ਕਾਨੂੰਨੀ ਲੜਾਈ ਹੈ, ਤੇ ਕਾਨੂੰਨੀ ਲੜਾਈ ਦੇ ਮੈਂ ਪੱਕੀ ਲੜਾਂਗਾ। ਤੁਸੀਂ ਪ੍ਰੋਟੈਸਟ ਤੁਸੀਂ ਕੁਝ ਕਰਦੇ ਕਿਉਂ ਨਹੀਂ? ਫਿਰ ਜਦ ਮੈਂ ਐਨਾਲਾਈਜ਼ ਕੀਤਾ ਕਿ ਇਹ ਤਾਂ ਉਹੀ ਗੱਲ ਹੈ ਜੋ ਮੇਰੇ ਪਾਪਾ ਕਹਿੰਦੇ ਹੁੰਦੇ ਸੀਗੇ ਜਥੇਦਾਰ ਸਾਹਿਬ ਦੇ ਬਾਰੇ, ਫਿਰ ਮੈਨੂੰ ਲੱਗਿਆ ਇਹ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ, ਹੁਣ ਇੱਕ ਦੀ ਨਹੀਂ ਹੈਗੀ। ਮੈਂ ਉਹਨਾਂ ਦਾ ਸੁਪਨਾ ਪੂਰਾ ਕਰਨਾ, ਇਹ ਮੋਰਚਾ ਛੱਡਣਾ ਨਹੀਂ ਹੈਗਾ ਜਦ ਤੱਕ ਇਨਸਾਫ ਨਹੀਂ ਮਿਲਦਾ। ਕਿਉਂਕਿ ਮੈਨੂੰ ਲੱਗਦਾ ਹੁਣ ਮੈਂ ਮੰਗ ਕੇ ਕੁਝ ਨਹੀਂ ਲੈਣਾ, ਮੈਂ ਖੋ ਕੇ ਲੈਣਾ। ਖੋਣ ਦਾ ਰਸਤਾ ਪੀਸਫੁਲ ਪ੍ਰੋਟੈਸਟ। ਮੈਂ ਸੰਵਿਧਾਨ ਪੜ੍ਹਿਆ, ਮੈਂ ਪੂਰੀ ਐਨਲਾਈਟਨ ਆਪਣੇ ਅਧਿਕਾਰਾਂ ਬਾਰੇ, ਮੈਨੂੰ ਪਤਾ ਸੰਵਿਧਾਨ ਨੇ ਮੈਨੂੰ ਇਨਸ਼ੋਰ ਕੀਤਾ ਕਿ ਮੇਰਾ ਰਾਈਟ ਬਣਦਾ, ਮੈਂ ਵੌਇਸ ਆਫ ਡਿਸੈਂਟ ਆ। ਤੁਸੀਂ ਸਰਕਾਰ ਹੋ, ਤੁਸੀਂ ਸਾਡੇ ਨੁਮਾਇੰਦੇ ਹੋ, ਸਾਡੇ ਨੌਕਰ ਹੋ। ਉੱਥੇ ਜਾ ਕੇ ਤੁਸੀਂ ਵੱਡੇ ਮਕਾਨਾਂ ਲਈ ਆਰਾਮ ਕਰਨ ਲਈ ਨਹੀਂ ਬੈਠੇ, ਤੁਸੀਂ ਸਾਡੇ ਕੰਮ ਕਰਨ ਲਈ ਬੈਠੇ ਹੋ। ਜਿਹੜੇ ਪਬਲਿਕ ਸਰਵੈਂਟ ਵੀ ਹੈਗੇ ਉਹ ਸਾਡੇ ਸਰਵੈਂਟ ਹੈਗੇ, ਸਾਡੀ ਸਰਵਿਸ ਲਈ ਬੈਠੇ ਹੋ। ਮੈਂ ਕਿਉਂ ਨਾ ਸਵਾਲ ਪੁੱਛਾਂ? ਮੈਂ ਪੁੱਛਾਂ ਨਾ, ਮੈਂ ਤੈਨੂੰ ਵੋਟ ਦਿੱਤਾ, ਤੂੰ ਕੀ ਕਰਦਾ? ਤੇਰੇ ਬੱਚੇ ਪੜਨ ਫੋਰਨ 'ਚ, ਅਸੀਂ ਖਾਈਏ ਇਸੇ ਧੱਕੇ। ਸਾਡਾ ਟੈਲੈਂਟ ਸੜਕਾਂ ਤੇ ਰੋਲ ਰਿਹਾ, ਕਿਉਂ ਸਾਡੇ ਨਾਲ ਧੱਕੇ ਤੇ ਧੱਕੇ ਹੋ ਰਿਹਾ? ਇਸ ਕਰਕੇ ਮੈਂ ਯੂਥ ਨੂੰ ਵੀ ਇਹ ਮੈਸੇਜ ਦਵਾਂਗੀ ਕਿ ਤੁਸੀਂ ਡਰ ਨੂੰ ਛੱਡ ਦਿਓ, ਮੇਰੀ ਤੁਹਾਨੂੰ ਫੁੱਲ ਅਸਿਸਟੈਂਸ ਮਿਲੇਗੀ। ਬਾਹਰ ਆਓ, ਆਪਣੇ ਆਪ ਨੂੰ ਜਾਗਰੂਕ ਕਰੀਏ, ਇੱਕ ਦੂਜੇ ਦਾ ਸਾਥ ਦਈਏ, ਕਿਉਂਕਿ ਹਰ ਮੋਰਚਾ ਕਦੀ ਵੀ ਫਤਿਹ ਨਹੀਂ ਹੋ ਸਕਦਾ ਜਿੱਥੇ ਬੀਬੀਆਂ ਨਹੀਂ, ਭੈਣਾਂ ਨਹੀਂ, ਬੱਚੇ ਨਹੀਂ ਹੈਗੇ, ਯੂਥ ਨਹੀਂ ਹੈਗਾ। ਮੋਰਚਾ ਫਤਿਹ ਹੀ ਯੂਥ ਦੇ ਜੋਸ਼ ਨਾਲ ਹੁੰਦਾ ਹੈ। ਕਿਉਂਕਿ ਔਰ ਇਸ ਵਾਰੀ ਅਸੀਂ ਅਗਵਾਈ ਕਰਨੀ ਹੈ ਆਪਣੇ ਆਗੂਆਂ ਦੀ ਵੀ ਜਿਹੜੇ ਅੰਦੋਲਨ 'ਚ ਬੈਠੇ ਆ, ਕਿਉਂਕਿ ਅਸੀਂ ਕਿਸੇ ਵੀ ਲੈਵਲ ਤੇ ਕੋਈ ਕੰਪਰੋਮਾਈਜ਼ ਨਹੀਂ ਹੋਣ ਦੇਣਾ। ਹਰ ਅੰਦੋਲਨ ਹੁੰਦਾ, ਹਰ ਅੰਦੋਲਨ ਤੇ ਲਾਈਜ਼ਨਿੰਗ ਹੁੰਦੀ ਹੈ, ਕੰਪਰੋਮਾਈਜ਼ੇਸ਼ਨ ਹੁੰਦੀ ਹੈ। ਅਸੀਂ ਬਿਲਕੁਲ ਆਪਣੀ ਅਗਵਾਈ 'ਚ ਕਰਨਾ ਕਿ ਇਹ ਮੋਰਚੇ 'ਤੇ ਜੋ ਸਾਡਾ ਜੋਸ਼ ਹੋਸ਼ ਚੱਲ ਰਿਹਾ ਹੈ ਨਾ, ਸਾਡੀ ਆਵਾਜ਼ ਚੱਲ ਰਹੀ ਹੈ, ਅਸੀਂ ਕਿਸੇ ਵੀ ਥਾਂ ਤੇ ਮੋਰਚੇ 'ਚ ਕਿਸੇ ਚੀਜ਼ ਦਾ ਕੰਪਰੋਮਾਈਜ਼ ਨਹੀਂ ਹੋਣ ਦੇਣਾ। ਹੁਣ ਜਥੇਦਾਰ ਸਾਹਿਬ, ਹਵਾਰਾ ਸਾਹਿਬ, ਬਾਕੀ ਸਾਰੇ ਸਿੰਘ ਵੀ ਬਾਹਰ ਆਣਗੇ। ਲੜਾਈ ਬਹੁਤ ਲੰਬੀ ਹੈ, ਛੋਟੀ ਨਹੀਂ ਹੈ। ਜਿੱਦਾਂ ਕਹਿੰਦੇ ਨਾ ਅਭੀ ਤਾਂ ਅੰਗੜਾਈ ਹੈ, ਆਗੇ ਹੋਰ ਲੜਾਈ ਹੈ। ਦਿਸ ਜਸਟ ਅ ਬਿਗਨਿੰਗ। ਆ ਬਿਗਨਿੰਗ ਅਸੀਂ ਕੀਤੀ ਆ, ਤੇ ਬਿਗਨਿੰਗ 'ਚ ਸਾਰਾ ਯੁਵਾ ਇਕੱਠਾ ਹੋ ਜਾਊਗਾ ਔਰ ਯੁਵਾ ਡਿਸਾਈਡ ਕਰੇਗਾ ਅੱਗੇ ਕੀ ਹੋਏਗਾ। ਸਾਨੂੰ ਸਾਡੇ ਵੱਡਿਆਂ ਦਾ ਹੱਥ ਸਿਰ ਤੇ ਚਾਹੀਦਾ। ਅਸੀਂ ਹਰ ਜਗ੍ਹਾ ਤਿਆਰ ਆ,
ਭੈਣਾਂ ਵੀ ਆਉਣਗੀਆਂ, ਕਿਉਂਕਿ ਕੋਈ ਵੀ ਚੀਜ਼ ਸਾਡੇ ਗੁਰੂਆਂ ਪੀਰਾਂ ਨੇ ਲੜਾਈ ਲੜੀ ਸੀ ਸਾਡੀ ਇੱਜ਼ਤ ਲਈ, ਭੈਣਾਂ ਦੀ ਇੱਜ਼ਤ ਲਈ। ਔਰ ਮਾਈ ਭਾਗੋ ਨੂੰ ਯਾਦ ਕਰੋ, ਇਤਿਹਾਸ ਕਰੋ, ਮਾਤਾ ਜਿੰਦ ਕੌਰ ਨੂੰ ਦੇਖ ਲਓ, ਸਾਰਿਆਂ ਲੜਾਈ ਲੜੀ ਆ। ਤੇ ਅਸੀਂ ਸਾਡੇ ਸਾਡੀ ਲੈਗੇਸੀ ਆ, ਅਸੀਂ ਉਹਨਾਂ ਦੇ ਵੰਸ਼ਜ ਆ। ਤੇ ਜੇ ਸਾਡੀ ਇਹ ਲੈਗੇਸੀ ਹੈ, ਸਾਨੂੰ ਕੰਟੀਨਿਊ ਕਰਨੀ ਹੈ ਇਹ ਲੈਗੇਸੀ। ਤੇ ਮੈਂ ਉਹ ਕੰਟੀਨਿਊ ਕਰੀ ਹਾਂ। ਮੈਂ ਚਾਹੁੰਦੀ ਹਾਂ ਮੇਰੀਆਂ ਭੈਣਾਂ ਮੇਰਾ ਸਾਥ ਦੇਣ ਇੱਥੇ ਆ ਕੇ, ਔਰ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ, ਸਾਰੇ ਸੜਕਾਂ 'ਤੇ ਨਜ਼ਰ ਆਉਣਗੇ ਤੁਹਾਨੂੰ ਆਪਣੇ ਹੱਕਾਂ ਦੀ ਲੜਾਈ ਲੜਨ। ਅੱਛਾ ਜੀ, ਰੀਤੂ ਸਿੰਘ ਜੀ, ਜਦ ਤੁਸੀਂ ਦੱਸਿਆ ਕਿ ਫਾਦਰ ਸਾਹਿਬ ਤੁਹਾਡੇ ਪਾਸ ਅਵੇ ਹੋ ਗਏ ਨਾ ਲਾਸਟ ਈਅਰ, ਔਰ ਪਰਿਵਾਰ ਦਾ ਜਿਹੜਾ ਹੁਣ ਸਾਥ ਉੱਦਾਂ ਹੀ ਮਿਲ ਰਿਹਾ ਜਿੱਦਾਂ ਤੁਹਾਨੂੰ ਜਦੋਂ ਫਾਦਰ ਸਾਹਿਬ ਸੀਗੇ ਉੱਦਾਂ ਜਦੋਂ ਮਿਲਦਾ ਸੀਗਾ? ਜੀ ਮੇਰਾ ਪਰਿਵਾਰ ਬਹੁਤ ਵਧੀਆ ਹੈਗਾ, ਉਹ ਉੱਦਾਂ ਹੀ ਸਾਥ ਜਿੱਦਾਂ। ਹਾਂ ਬਸ ਇਹ ਹੈਗਾ ਕਿ ਥੋੜਾ ਜਿਹਾ ਧੱਕਾ ਲੱਗਿਆ ਸੀਗਾ, ਕਿਉਂਕਿ ਜਦੋਂ ਉਹ ਹੀਗੇ ਤੇ ਬਹੁਤ ਜ਼ਿਆਦਾ ਹਿੰਮਤ ਮਿਲਦੀ ਸੀਗੀ। ਉਹ ਕਹਿੰਦੇ ਸੀ ਕਰ ਆਓ ਜੋ ਕਰਨਾ ਮੈਂ ਦੇਖ ਲੂੰਗਾ, ਮਾਰ ਖਾ ਕੇ ਨਾ ਆਈ ਖਿਲਾ ਕੇ ਆਈ। ਇਦਾਂ ਨਾ ਹੋਏ, ਇਹ ਉਹਨਾਂ ਦੀ ਟੈਗ ਲਾਈਨ ਸੀਗੀ ਕਿ ਅਬ ਤੇਰਾ ਸਰ ਨਹੀਂ ਝੁਕਣਾ ਚਾਹੀਦਾ। ਔਰ ਇਹ ਨਾ ਹੋਏ ਕਿ ਘਰ ਆ ਕੇ ਪਾਪਾ ਨੇ ਮੈਨੂੰ ਇਹ ਕਿਹਾ, ਉਹਨੇ ਮੈਨੂੰ ਇਹ ਕਿਹਾ, ਇਹ ਹੋਇਆ, ਤੂੰ ਲੜ ਕੇ ਆ ਜਾਈ, ਕਰਕੇ ਆਉਣਾ, ਦੇਖ ਲਾਂਗੇ ਬਾਕੀ ਇੰਜਾਮ। ਪੁੱਤ ਆਪਣੇ ਤੋਂ ਕਿਸੇ ਦਾ ਧੱਕਾ ਨਹੀਂ, ਆਪਣੇ ਤੋਂ ਕਿਸੇ ਦਾ ਮਾੜਾ ਨਾ ਹੋਏ, ਆਪਣੇ ਤੋਂ ਕਿਸੇ ਗਰੀਬ ਹੋ ਗਿਆ, ਕੋਈ ਮਜਬੂਰ ਹੋ ਗਿਆ, ਕਿਸੇ ਨੂੰ ਦੋ ਹੀ ਲੈਣ ਵਾਲੇ ਨਾ ਬਣੋ। ਬਸ ਕਿਸੇ ਨਾਲ ਧੱਕਾ ਕਰਕੇ ਨਹੀਂ ਆਉਣਾ। ਲੇਕਿਨ ਜੇ ਤੁਹਾਡੇ ਤੇ ਕੋਈ ਉਂਗਲ ਚੱਕੇ ਜਾਂ ਕੁਝ ਇਦਾਂ ਕਰੇ ਤੇ ਸਹਿ ਕੇ ਵੀ ਨਹੀਂ ਆਉਣਾ। ਤੇ ਉਹ ਚੀਜ਼ਾਂ ਹੈਗੀਆਂ। ਫੈਮਿਲੀ ਬਹੁਤ ਸਪੋਰਟਿਵ ਹੈ, ਬਹੁਤ ਪਿਆਰ ਕਰਦੀ ਹੈ, ਉਹਨਾਂ ਨੂੰ ਪਤਾ ਕਿ ਸਹੀ ਰਸਤੇ ਬੱਚੇ ਚੱਲ ਰਹੇ ਨੇ, ਔਰ ਸਾਰੀ ਚੀਜ਼ ਚੜ੍ਹਦੀ ਕਲਾ 'ਚ ਹੈ। ਮਹਾਰਾਜ ਦਾ ਹੱਥ ਹੈ ਸਿਰ ਤੇ, ਸਭ ਚੜ੍ਹਦੀ ਕਲਾ 'ਚ। ਹੋਰ ਆਪਾਂ ਇਕੱਲੇ ਨਹੀਂ ਹੈਗੇ, ਸਾਡੇ ਨਾਲ ਬਹੁਤ ਲੋਕੀ ਹੈਗੇ, ਪੂਰਾ ਡਾਇਸਪੋਰਾ ਵੀ ਸਾਡੇ ਨਾਲ ਹੈ, ਉਹ ਵੀ ਸਪੋਰਟ ਕਰਦਾ। ਅਸੀਂ ਆਵਾਜ਼ ਤਾਂ ਚੱਕੀਏ। ਹੋਰ ਜਿਹੜਾ ਯੂਰਪ ਤੋਂ ਵੀ ਬਾਬਾ ਪ੍ਰਤਾਪ ਸਿੰਘ ਜੀ ਹੈਗੇ, ਉਹਨਾਂ ਨੇ ਵੀ ਸਾਰੀ ਯੂਰਪ ਦੀ ਸਾਰੀ ਸੰਗਤ ਨੇ ਫਤਿਹ ਬੁਲਾਈ ਹੈ। ਫਤਿਹ ਪ੍ਰਵਾਨ ਕਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਬਹੁਤ ਕ੍ਰਾਂਤੀਕਾਰੀ ਥਾਟਸ ਵਾਲੇ, ਸਾਨੂੰ ਪੂਰਾ ਭਰਪੂਰ ਸਪੋਰਟ ਹੈਗਾ ਹਰ ਜਗ੍ਹਾ ਦਾ। ਉਹ ਕਹਿੰਦੇ ਕਿ ਰਾਈਟ ਤਰੀਕੇ ਨਾਲ ਚਲੋ। ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਸਾਡੇ ਪਿੱਛੇ ਪੂਰਾ ਡਾਇਸਪੋਰਾ ਜਿਹੜਾ ਬਾਹਰ ਹੈਗਾ ਖੜਾ ਹੈ ਸਾਡੇ ਨਾਲ। ਸਾਨੂੰ ਕਾਹਦੀ ਡਰਨ ਦੀ ਲੋੜ ਹੈਗੀ ਆ? ਅੱਜ ਸਾਡੇ ਸਿੰਘ ਇੰਨੇ ਜਾਗਰੂਕ ਹੈਗੇ, ਕੋਈ ਗੱਲ ਹੋ ਗਈ ਸਿੱਧੇ UN 'ਚ ਬੈਠਣਗੇ, ਜਾ ਕੇ ਆਪਣੀ ਗੱਲ ਰੱਖਣਗੇ, ਸਾਡੀ ਰਿਪਰੈਜ਼ੈਂਟੇਸ਼ਨ ਹੈ ਉੱਥੇ। ਤੇ ਫਿਰ ਅਸੀਂ ਨਹੀਂ ਡਰਦੇ ਇਹੋ ਜਿਹੀ ਸਰਕਾਰਾਂ ਤੋਂ। ਬੋਲੇ ਸੋ ਨਿਹਾਲ। ਅੱਛਾ ਜੀ, ਇਹ ਸਨ ਡਾਕਟਰ ਰੀਤੂ ਸਿੰਘ ਜੀ, ਔਰ ਇਦਾਂ ਦੇ ਜਿਹੜੇ ਯੂਥ ਦੇ ਲਈ ਰੋਲ ਮਾਡਲ ਬਣਦੇ ਆ, ਔਰ ਯੂਥ ਨੂੰ ਜਿਹੜਾ ਜੋਸ਼ ਆਉਂਦਾ ਇਹਨਾਂ ਦੀਆਂ ਗੱਲਾਂ ਸੁਣ ਕੇ ਔਰ ਕੰਮ ਦੇਖ ਕੇ। ਔਰ ਇਹਨਾਂ ਨੇ ਦੱਸਿਆ ਕਿ ਜਦ ਤੱਕ ਜਿਹੜਾ ਇਹ ਮੋਰਚਾ ਇੱਥੇ ਲੱਗਾ ਰਹਿ ਗਿਆ, ਤਦ ਤੱਕ ਜਿਹੜੇ ਡਾਕਟਰ ਰੀਤੂ ਸਿੰਘ ਆ ਉਹ ਇੱਥੇ ਹੀ ਮਿਲਣਗੇ। ਤੁਸੀਂ ਦੇਖ ਰਹੇ ਹੋ ਜਗ ਪੰਜਾਬੀ ਨਿਊਜ਼, ਕੈਮਰਾਮੈਨ ਲੱਕੀ ਦੇ ਨਾਲ ਚੰਡੀਗੜ੍ਹ। ਧੰਨਵਾਦ।